ਅੱਜ ਆਪਾਂ ਥੰਮਾਂ ਬਾਰੇ ਜਿਹੜੀ ਉਹ ਚਰਚਾ ਕਰਾਂਗੇ ਮੌਰੀਆ ਕਾਲ ਦੇ ਥੰਮਾਂ ਬਾਰੇ। ਮੌਰੀਆ ਕਾਲ ਵਿੱਚ ਅਸ਼ੋਕ ਦੇ ਥੰਮ ਪਿੱਲਰ ਜਾਂ ਲਾਟ ਬਹੁਤ ਉੱਗੇ ਹਨ। ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹਨਾਂ ਦੀ ਗਿਣਤੀ 30 ਸੀ, ਪਰ ਹੁਣ ਕੇਵਲ 10 ਹੀ ਮਿਲਦੇ ਨੇ। ਇਹਨਾਂ ਵਿੱਚ 2 ਅਜੇ ਤੱਕ ਮੌਜੂਦ ਨੇ। ਉਹ ਨੇ ਲੋਰੀਆ ਨੰਦਨਗੜ੍ਹ, ਕੋਲੂਆ, ਬਿਹਾਰ। ਇਹਨਾਂ ਉੱਤੇ ਸ਼ੇਰ ਦਾ ਕਲਸ਼ ਆ। ਹੁਣ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕਰਾਂਗੇ ਆਪਾਂ ਕਿ ਇਹਨਾਂ ਥੰਮਾਂ ਦੀਆਂ ਕੀ ਵਿਸ਼ੇਸ਼ਤਾਵਾਂ ਨੇ। ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦੀ ਉਚਾਈ 30 ਫੁੱਟ ਤੋਂ 40 ਫੁੱਟ ਦੇ ਕਰੀਬ ਹੈ। ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਹ ਧਰਤੀ ਵਿੱਚੋਂ ਨਿਕਲਦੇ ਜਾਪਦੇ ਹਨ। ਤੀਜੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦਾ ਕੋਈ ਆਧਾਰ ਨਹੀਂ। ਚੌਥੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਸਾਰਿਆਂ ਦੀ ਮੋਟਾਈ ਉੱਤੇ ਜਾ ਕੇ ਘਟਦੀ ਜਾਂਦੀ ਹੈ। ਪੰਜਵੀਂ ਵਿਸ਼ੇਸ਼ਤਾ ਇਹ ਹੈ ਕਿ ਇਹ ਵਧੇਰੇ ਗੋਲ ਆਕਾਰ ਦੇ ਹਨ। ਛੇਵੀਂ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦੀ ਮੋਟਾਈ ਤਕਰੀਬਨ 2 ਫੁੱਟ ਦੇ ਕਰੀਬ ਹੈ। ਸੱਤਵੀਂ ਵਿਸ਼ੇਸ਼ਤਾ ਇਹ ਹੈ ਕਿ ਥੰਮਾਂ ਦੀ ਚੋਟੀ ਉੱਤੇ ਕਲਸ਼ ਮੌਜੂਦ ਹਨ। ਅੱਠਵੀਂ ਵਿਸ਼ੇਸ਼ਤਾ ਇਹ ਹੈ ਕਿ ਥੰਮਾਂ ਤੇ ਕਲਸ਼ ਨੂੰ ਤਾਂਬੇ ਦੀ ਤਾਰ ਪਾ ਕੇ ਜੋੜਿਆ ਗਿਆ ਹੈ। ਨੌਵੀਂ ਵਿਸ਼ੇਸ਼ਤਾ ਇਹ ਹੈ ਕਿ ਥੰਮਾਂ ਵਿੱਚ ਕਿਧਰੇ ਵੀ ਕੋਈ ਜੋੜ ਨਹੀਂ। 10ਵੀਂ ਵਿਸ਼ੇਸ਼ਤਾ ਇਹ ਹੈ ਕਿ ਥੰਮਾਂ ਨੂੰ ਤਰਾਸ਼ਣ ਸਮੇਂ ਮੂਰਤੀਆਂ ਵਾਂਗ ਸ਼ੈਣੀਆਂ ਵਰਤੀਆਂ ਗਈਆਂ ਤੇ ਰਗੜਾਈ ਕੀਤੀ ਗਈ। ਹੁਣ ਚੀਨੀ ਯਾਤਰੀ ਫਾਇਨ ਇਸ ਦੇ ਪਾਲਿਸ਼ ਦੀ ਤਾਰੀਫ ਕਰਦਾ ਹੈ। ਕਹਿੰਦਾ ਹੈ ਕਿ ਥੰਮਾਂ ਤੇ ਕਲਸ਼ਾਂ ਉੱਤੇ ਪਾਲਿਸ਼ ਦੇ ਨਿਸ਼ਾਨ ਦਿਖਾਈ ਦਿੰਦੇ ਹਨ, ਇਸ ਕਰਕੇ ਉਹ ਇਹਨਾਂ ਦੀ ਤਾਰੀਫ ਕਰਦਾ। ਠੀਕ ਹੈ, ਹੁਣ ਆਪਾਂ ਥੰਮਾਂ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਲੋਰੀਆ ਨੰਦਨਗੜ੍ਹ ਦਾ ਥੰਮ ਆ ਜਿਹੜਾ, ਉਹਦੇ ਬਾਰੇ ਪੜਾਂਗੇ। ਲੋਰੀਆ ਨੰਦਨਗੜ੍ਹ, ਜਿਸ ਦੀ ਮਿਤੀ ਸੀ 242 ਤੋਂ 241 ਈਸਵੀ ਪੂਰਬ BC ਦੱਸੀ ਜਾਂਦੀ ਹੈ। ਬਿਹਾਰ ਰਾਜ ਵਿੱਚ ਨੇਪਾਲ ਸੀਮਾ ਨੇੜੇ ਖੜਾ ਹੈ। ਇਸ ਦੀ ਸਿਖਰ ਉੱਤੇ ਸ਼ੇਰ ਦੀ ਮੂਰਤੀ ਬੈਠੀ ਹੋਈ ਹੈ, ਜਿਸ ਦਾ ਹਾਵ ਭਾਵ ਵਿਰਾਸਤੀ ਠਾਠ ਦਾ ਪ੍ਰਗਟਾਓ ਕਰਦਾ ਹੈ। ਡੰਡੀ ਉੱਤੇ ਹੋਈ ਖਦਾਈ ਦੀ ਮਹੀਨਤਾ ਤੇ ਲੈ ਕਮਾਲ ਦੀ ਹੈ। ਆਕਾਰ ਵਧੇਰੇ ਰਵਾਇਤੀ ਹਨ। ਸ਼ੇਰ ਦੀਆਂ ਨਾੜਾਂ ਪੱਠੇ ਤੇ ਮਹਾਂਸ਼ੈਲੀ ਯੁਕਤ ਹਨ। ਹੁਣ ਅਗਲਾ ਹੈਗਾ ਰਾਮਪੁਰਵਾ ਦਾ ਸ਼ੇਰ ਕਲਸ਼। ਰਾਮਪੁਰਵਾ ਥੰਮ ਦਾ ਨਾਪ ਤੋਲ ਲੋਰੀਆ ਨੰਦਨਗੜ੍ਹ ਨਾਲ ਮਿਲਦਾ ਜੁਲਦਾ ਹੈ। ਇਹ ਸਖਤ ਰਤੀਲੇ ਪੱਥਰ ਦਾ ਬਣਿਆ ਹੋਇਆ ਹੈ। ਇਸ ਤੇ ਪਾਲਿਸ਼ ਕੀਤੀ ਹੋਈ ਹੈ। ਇੱਕ ਸ਼ੇਰ ਸਿਖਰ ਉੱਤੇ ਪੈਰੀ ਭਾਰ ਬੈਠਾ ਹੈ। ਇਸ ਦੇ ਪੈਰਾਂ ਤੇ ਪੰਜੇ ਦੋਵੇਂ ਪ੍ਰਸ਼ੰਸਾਯੋਗ ਹਨ। ਇਹਨਾਂ ਦੀ ਧੌਣ ਉੱਤੇ ਬਣੇ ਬਾਲਾਂ ਦੀ ਬਣਤਰ ਦੱਸਦੀ ਹੈ ਕਿ ਇਹ ਉੱਚ ਕੋਟੀ ਦੀ ਕਲਾ ਹੈ। ਅਜਿਹਾ ਹੀ ਸ਼ੇਰ ਬਸਰਾ, ਬਖੀਰਾ ਤੇ ਲੋਰੀਆ ਨੰਦਨਗੜ੍ਹ ਦੇ ਕਲਸ਼ਾਂ ਉੱਤੇ ਦਿਖਾਈ ਦਿੰਦਾ ਹੈ। ਪੰਜਵਾਂ ਹੈਗਾ ਬਸਰਾ ਬਸੀਰਾ ਦਾ ਸ਼ੇਰ ਥੰਮ। ਬਸਰਾ ਬਖੀਰਾ ਨੂੰ ਅਸ਼ੋਕ ਤੋਂ ਪਹਿਲਾਂ ਦਾ ਦੱਸਿਆ ਜਾਂਦਾ ਹੈ। ਇਹ ਅਸ਼ੋਕ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ। ਇਸ ਉੱਤੇ ਹੋਈ ਕਾਰੀਗਰੀ ਵੀ ਭੱਦੀ ਤੇ ਖੁਰਦਰੀ ਹੈ। ਸ਼ੇਰ ਦਾ ਮੂੰਹ ਉੱਤਰ ਦਿਸ਼ਾ ਵੱਲ ਹੈ ਤੇ ਇਸ ਦੀਆਂ ਪਿਛਲੀਆਂ ਲੱਤਾਂ ਇਸ ਦੇ ਹੇਠਾਂ ਨੂੰ ਮੁੜੀਆਂ ਹੋਈਆਂ ਹਨ। ਸ਼ੇਰ ਦਾ ਮੂੰਹ ਖੁੱਲ੍ਹਾ ਹੈ ਤੇ ਜੀਭ ਕੱਢ ਕੇ ਦਹਾੜ ਰਿਹਾ ਹੈ। ਇਸ ਦੀ ਗਰਦਨ ਤੇ ਵਾਲ ਕੁਦਰਤੀ ਤੇ ਸੰਘਣੇ ਹਨ। ਅਗਲਾ ਹੈਗਾ ਲੋਰੀਆ ਅਰਾਰਾਜ ਦਾ ਥੰਮ। ਇਹ ਥੰਮ ਦੇ ਸਿਖਰ ਉੱਤੇ ਗਰੁੜ ਦੀ ਮੂਰਤੀ ਹੈ, ਜਿਹੜੀ ਹਿੰਦੂ ਧਰਮ ਨਾਲ ਜੋੜਦੀ ਹੈ। ਇਹ ਥੰਮ ਅਸ਼ੋਕ ਦੇ ਸਮੇਂ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ। ਬੈਂਜਾਮਿਨ ਰੋਲੈਂਡ ਅਜਿਹੀ ਮੂਰਤੀ ਨੂੰ ਮੈਸੋਪੋਟਾਮੀਆ ਨਾਲ ਜੋੜਦੇ ਹਨ। ਅਗਲਾ ਹੈਗਾ ਸੰਕਿਸਾ ਥੰਮ। ਇਸ ਦੇ ਸਿਖਰ ਉੱਤੇ ਹਾਥੀ ਦੀ ਮੂਰਤੀ ਹੈ। ਇਸ ਦੀ ਬਣਾਵਟ ਤੇ ਬੇਢੰਗਾਕਾਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਮੂਰਤੀ ਧੌਲੀ ਹਾਥੀ ਤੋਂ ਵੀ ਪੁਰਾਣੀ ਹੈ। ਸੰਕਿਸਾ ਦੇ ਇਸ ਥੰਮ ਤੇ ਹਾਥੀ ਤੇ ਲੱਤਾਂ ਦੀਆਂ ਨਾੜਾਂ ਬਹੁਤ ਧਿਆਨ ਤੇ ਲਗਨ ਨਾਲ ਘੜੀਆਂ ਹੋਈਆਂ ਹਨ। ਪੈਰਾਂ ਦੀਆਂ ਉਂਗਲੀਆਂ ਦੀ ਬਣਾਵਟ ਬਿਲਕੁਲ ਕੁਦਰਤੀ ਜਾਪਦੀ ਹੈ। ਇਸ ਦੀ ਸਜਾਵਟ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਲੱਕੜੀ ਦੇ ਨਮੂਨਿਆਂ ਦਾ ਅਨੁਵਾਦ ਹੋਵੇ। ਸੰਕਿਸਾ ਥੰਮ ਦੀ ਸਿਖਰ ਚੌਰਸ ਤੋਂ ਗੋਲ ਹੋ ਗਈ ਹੈ। ਧੌਲੀ ਹਾਥੀ ਦੀ ਮੂਰਤੀ। ਭੁਵਨੇਸ਼ਵਰ ਦੇ ਨੇੜੇ ਧੌਲੀ ਹਾਥੀ ਵੀ ਬਹੁਤ ਪ੍ਰਸਿੱਧ ਹੈ। ਇਸ ਦਾ ਪਿਛਲਾ ਹਿੱਸਾ ਪਹਾੜੀ ਵਿੱਚ ਦੱਬਿਆ ਹੋਇਆ ਹੈ। ਇਸ ਦੀ ਚਮੜੀ ਦੀ ਬਣਤਰ ਖੱਲ ਵਾਂਗ ਹੈ। ਗਤੀ ਤੇ ਲੈ ਕੁਦਰਤੀ ਪ੍ਰਭਾਵ ਪਾਉਂਦੇ ਹਨ। ਰਾਮਪੁਰਵਾ ਦਾ ਬਲਦ ਗੁਣਾਂ ਵਿੱਚ ਇਸ ਦੇ ਨਾਲ ਮੁਕਾਬਲਾ ਕਰਦਾ ਹੈ। ਇਸ ਦੀ ਭਰਵੀਂ ਘਣਤਾ ਕੁਦਰਤੀ ਮਾਸ ਦਾ ਪ੍ਰਗਟਾਵਾ ਕਰਦੀ ਹੈ। ਰੇਖਾ ਦੀ ਲੈ, ਅੰਗਾਂ ਦਾ ਮਾਪਤੋਲ ਤੇ ਸੰਤੁਲਨ ਦੀ ਮੁਹਾਰਤ ਇਸ ਨੂੰ ਉੱਚ ਕੋਟੀ ਦਾ ਜਾਨਵਰ ਬਣਾਉਂਦੀ ਹੈ। ਸਲੀਮਪੁਰ ਥੰਮ। ਇਸ ਥੰਮ ਉੱਤੇ 4 ਜੁੜਵੇਂ ਬਲਦਾਂ ਦੀ ਮੂਰਤੀ ਹੈ। ਚਾਰਾਂ ਦੀ ਹਾਲਤ ਬਹੁਤ ਖਸਤਾ ਹੈ। ਇਹ ਪਾਲਿਸ਼ ਉੱਚ ਕੋਟੀ ਦੀ ਹੈ। ਇਹ ਪਟਨਾ ਅਜਾਇਬ ਘਰ ਵਿੱਚ ਪਿਆ ਹੈ। ਇਸ ਤਰ੍ਹਾਂ ਜਿਹੜੇ ਥੰਮ ਸੀਗੇ ਇਹ ਕਰਿਆ ਆਪਾਂ ਨੇ। ਉਹ ਤੋਂ ਪਹਿਲਾਂ ਕਲਸ਼ ਕੀਤੇ ਤੇ ਇਹ ਥੰਮ ਸੀਗੇ ਜਿਹੜੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕੀਤੀਆਂ। ਤੇ ਜਿੰਨੇ ਥੰਮ ਸੀ ਲੋਰੀਆ ਨੰਦਨਗੜ੍ਹ, ਰਾਮਪੁਰਵਾ ਦਾ ਸ਼ੇਰ ਕਲਸ਼, ਬਸਰਾ ਬਖੀਰਾ ਦਾ ਸ਼ੇਰ ਥੰਮ, ਲੋਰੀਆ ਅਰਾਰਾਜ ਦਾ ਥੰਮ, ਸੰਕਿਸਾ ਥੰਮ, ਧੌਲੀ ਹਾਥੀ ਦੀ ਮੂਰਤੀ, ਸਲੀਮਪੁਰ ਥੰਮ, ਇਹ ਜਿਹੜੇ ਆਪਾਂ ਕੀਤੇ। ਇਹ ਮੌਰੀਆ ਕਾਲ ਦੇ ਉਹ ਥੰਮ ਨੇ ਜਿਹੜੇ ਅਸ਼ੋਕ ਕਲਾ ਨੂੰ ਦਰਸਾਉਂਦੇ ਹਨ। ਤੇ ਫਾਇਨ ਇਹਨਾਂ ਦੀ ਵਿਸ਼ੇਸ਼ਤਾ ਦੱਸਦਾ ਲਿਖਦਾ ਹੈ ਕਿ ਇਹਨਾਂ ਦੀ ਪਾਲਿਸ਼ ਉੱਚ ਕੋਟੀ ਦੀ ਸੀ। ਇਹ ਬਹੁਤ ਵਧੀਆ ਢੰਗ ਨਾਲ ਬਣੇ ਹੋਏ ਸੀ। ਤੇ ਜਿਹੜੇ ਥੰਮ ਸੀਗੇ ਇਹਨਾਂ ਵਿੱਚ ਕੋਈ ਜੋੜ ਨਹੀਂ ਹੈਗੇ। ਜੇ ਕਲਸ਼ ਇਹਨਾਂ ਨਾਲ ਜੋੜੇ ਗਏ ਸੀ ਤਾਂ ਉਹਨਾਂ ਨੂੰ ਤਾਰ ਪਾ ਕੇ ਜੋੜਿਆ ਗਿਆ ਸੀ, ਪਰ ਥੰਮਾਂ ਵਿੱਚ ਕੋਈ ਜੋੜ ਨਹੀਂ ਸੀਗਾ।
इस तरह ਇਹ ਜਿਹੜੀਆਂ ਮੌਰੀਆ ਕਾਲ ਦੇ ਥੰਮ ਨੇ ਇਹ ਬਹੁਤ ਜਿਹੜੀ ਆ ਵਿਸ਼ੇਸ਼ਤਾ ਰੱਖਦੇ ਨੇ।